ਲਓ ਜੀ, ਅੱਜ ਅਸੀਂ ਗੱਲਬਾਤ ਕਰਨੀ ਹੈ CPU ਅਤੇ ਸਟੋਰੇਜ ਭਾਗਾਂ ਦੇ ਬਾਰੇ। ਸੋ ਅਸੀਂ ਜਾਣਦੇ ਹਾਂ ਕਿ ਕੰਪਿਊਟਰ ਦੇ ਵਿੱਚ ਇਨਪੁਟ ਆਊਟਪੁੱਟ ਯੂਨਿਟ ਹੁੰਦੇ ਨੇ। CPU ਇਹਦਾ ਮੇਨ ਪਾਰਟ ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ, ਕੰਪਿਊਟਰ ਦਾ ਦਿਮਾਗ ਜਿਸ ਨੂੰ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ CPU ਕੀ ਚੀਜ਼ ਹੈ? CPU ਯਾਨੀ ਕਿ ਸੈਂਟਰਲ ਪ੍ਰੋਸੈਸਿੰਗ ਯੂਨਿਟ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। CPU ਆਪਾਂ ਦੇਖਿਆ ਸੀਗਾ, ਤੁਸੀਂ ਕੌਨਫੀਗਰੇਸ਼ਨ ਕੱਲ੍ਹ ਆਪਣੇ ਆਪਣੇ ਕੰਪਿਊਟਰ ਦੀ ਦੇਖੀ ਹੈ, ਜਿਹਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਗਿਆ ਕਿ CPU ਕਈ ਕੰਪਨੀਆਂ ਦੇ ਨੇ। ਇੰਟਲ ਕੰਪਨੀ ਦਾ CPU ਜਿਹੜਾ ਪ੍ਰੋਸੈਸਰ ਹੈ ਉਹ ਜ਼ਿਆਦਾ ਵਰਤਿਆ ਜਾਂਦਾ ਹੈ। AMD ਜਾਂ ਸਾਇਲਰੋਨ ਜਾਂ ਹੋਰ ਕਈ ਕੰਪਨੀਆਂ ਨੇ ਜਿਨ੍ਹਾਂ ਦੇ CPU ਵੀ ਵਰਤੇ ਜਾਂਦੇ ਨੇ, ਜਿਹੜੇ ਕਿ ਲੋ ਬਜਟ ਦੇ ਵਿੱਚ ਹੁੰਦੇ ਨੇ, ਔਰ ਉਹਨਾਂ ਦਾ ਇਸਤੇਮਾਲ ਵੀ ਅਸੀਂ ਕਰ ਸਕਦੇ ਹਾਂ। ਸੋ ਉਹ ਇੱਕ ਅਲੱਗ ਮਸਲਾ ਹੈ, ਪਰ ਅਸੀਂ ਗੱਲ ਕਰਦੇ ਹਾਂ ਕਿ CPU ਹੈ ਕੀ ਚੀਜ਼। ਇਸ ਡਾਇਗਰਾਮ ਤੋਂ ਧਿਆਨ ਦੇ ਨਾਲ ਸਮਝੋਗੇ ਕਿ CPU ਦੇ ਵੱਖਰੇ ਵੱਖਰੇ ਪਾਰਟਸ ਜਿਹੜੇ ਨੇ ਉਹ ਕਿਹੜੇ ਕਿਹੜੇ ਨੇ। ਆਪਾਂ ਪਹਿਲਾਂ ਵੀ ਜਾਣ ਚੁੱਕੇ ਹਾਂ ਕਿ CPU ਇਨਪੁਟ ਪਾਰਟਸ, ਜਿਹੜਾ ਕੰਪਿਊਟਰ ਸਿਸਟਮ ਹੈ ਉਹਦੇ ਮੁੱਖ ਤੌਰ ਤੇ ਤਿੰਨ ਪਾਰਟਸ ਨੇ: ਇਨਪੁਟ, CPU ਤੇ ਆਊਟਪੁੱਟ। ਸੋ ਇਹਦੇ ਬਾਰੇ ਤਾਂ ਕਲੀਅਰ ਹੋ ਗਿਆ ਹੋਣਾ, ਪਰ ਇਹਦੇ ਨਾਲ ਸਾਡੇ ਕੋਲ ਇਹ ਚੀਜ਼ ਸਮਝਣੀ ਬਹੁਤ ਜ਼ਰੂਰੀ ਹੈ ਕਿ ਜਿਹੜਾ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ ਉਸ ਨੂੰ ਅੱਗੇ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਇਹਦੇ 'ਚ ਜਿਹੜਾ ਪਹਿਲਾ ਭਾਗ ਹੈ CPU ਦੇ ਅੰਦਰ, ਉਹ ਹੈ ALU। ਦੂਸਰਾ ਭਾਗ ਹੈ ਸਾਡੇ ਕੋਲ CU। ਤੀਸਰਾ ਭਾਗ ਹੈ ਸਾਡੇ ਕੋਲ MU ਜਾਂ ਮੈਮਰੀ ਯੂਨਿਟ। ਸੋ ਨਾਮ ਤੋਂ ਹੀ ਸਪਸ਼ਟ ਹੈ, ਕੱਲ ਵੀ ਮੈਂ ਗੱਲ ਕਰ ਚੁੱਕਿਆ ਸੀ ਕਿ ALU ਦਾ ਮਤਲਬ ਅਰਥਮੈਟਿਕ ਲੌਜਿਕ ਯੂਨਿਟ ਹੈ, ਜਿਹਦੇ ਵਿੱਚ ਮੈਥ ਦਾ ਜਾਂ ਲੌਜੀਕਲ ਕੰਮ ਹੁੰਦਾ ਹੈ। ਮੈਥੇਮੈਟਿਕਸ ਦਾ ਕੰਮ ਦਾ ਮਤਲਬ ਜੀ, ਜੋ ਦੋ ਚੀਜ਼ਾਂ ਨੂੰ ਐਡ ਕਰਨਾ ਹੈ, ਸਬਸਟਰੈਕਟ ਕਰਨਾ ਹੈ, ਮਲਟੀਪਲਾਈ ਕਰਨਾ ਹੈ, ਤਾਂ ਅਰਥਮੈਟਿਕ ਕੰਮ ਹੋ ਗਿਆ। ਲੌਜਿਕ ਦਾ ਮਤਲਬ ਹੈ ਕਿ ਕੰਪਿਊਟਰ ਤੋਂ ਕੋਈ ਇਹੋ ਜਿਹਾ ਕੰਮ ਲਿਆ ਜਾ ਰਿਹਾ ਜਿਹਦੇ ਵਿੱਚ ਅਸੀਂ ਕੋਈ ਲੌਜਿਕ ਦੇ ਦਿੱਤਾ। ਮੰਨ ਲਓ ਅਸੀਂ ਕੋਈ ਕੰਡੀਸ਼ਨ ਲਗਾ ਦਿੱਤੀ ਕਿ ਕਿਸੇ ਵਿਅਕਤੀ ਦੀ ਉਮਰ 18 ਸਾਲ ਤੋਂ ਜੇ ਵੱਧ ਹੈ ਤਾਂ ਕੰਪਿਊਟਰ ਕਹਿ ਦੇਵੇ ਕਿ ਇਹ ਬੰਦਾ ਐਲੀਜੀਬਲ ਹੈ ਵੋਟ ਪਾਉਣ ਦੇ ਲਈ। ਜੇ ਘੱਟ ਹੈ ਤਾਂ ਉਹ ਐਲੀਜੀਬਲ ਨਹੀਂ ਹੈ। ਇਟ ਮੀਨਸ ਉਹਦੇ ਵਿੱਚ ਕੀ ਹੋ ਰਿਹਾ ਕੰਮ? ਲੌਜੀਕਲ ਕੰਮ ਹੋ ਰਿਹਾ, ਤਾਰਕਿਕ ਕੰਮ ਹੋ ਰਿਹਾ। ਸੋ ਇਸ ਕਰਕੇ ALU ਨੂੰ ਅਸੀਂ ਕਹਿੰਦੇ ਹਾਂ ਅਰਥਮੈਟਿਕ ਲੌਜਿਕ ਯੂਨਿਟ। ਕੰਟਰੋਲ ਯੂਨਿਟ ਦਾ ਕੰਮ ਅਸੀਂ ਤੁਹਾਨੂੰ ਦੱਸਿਆ ਹੀ ਸੀਗਾ। ਕੰਟਰੋਲ ਯੂਨਿਟ ਕੰਪਿਊਟਰ ਦੇ ਸਾਰੇ ਭਾਗਾਂ ਨੂੰ ਕੰਟਰੋਲ ਦੇ ਵਿੱਚ ਰੱਖਦਾ ਹੈ, ਕਾਬੂ ਦੇ ਵਿੱਚ ਰੱਖਦਾ ਹੈ, ਨਿਯੰਤਰਣ ਦੇ ਵਿੱਚ ਰੱਖਦਾ ਹੈ। ਤੀਜਾ ਤੇ ਬੜਾ ਅਹਿਮ ਭਾਗ ਹੈ CPU ਦਾ, ਜਿਹਨੂੰ ਅਸੀਂ MU ਕਹਿੰਦੇ ਹਾਂ ਜਾਂ ਮੈਮਰੀ ਯੂਨਿਟ ਕਹਿੰਦੇ ਹਾਂ। ਅੱਗੇ ਜਿਹੜਾ ਮੈਮਰੀ ਯੂਨਿਟ ਹੁੰਦਾ ਹੈ, ਇਸ ਦੇ ਦੋ ਭਾਗ ਨੇ, ਤਿੰਨ ਭਾਗ ਨੇ: ਰੋਮ, ਰੈਮ ਤੇ ਕੈਸ਼। ਕੈਸ਼ ਜਾਂ ਕੈਚੇ ਮੈਮਰੀ ਵੀ ਕਹਿ ਦਿੰਦੇ ਹਾਂ ਇਹਨੂੰ ਅਸੀਂ। ਸਾਡੇ ਕੋਲ ਮੁੱਖ ਤੌਰ ਤੇ ਮੈਮਰੀ ਯੂਨਿਟ ਜਿਹੜੀ ਹੈ ਉਹ ਰੈਮ ਤੋਂ ਹੀ ਬਣਿਆ। ਮਤਲਬ ਇਹ ਜੇ ਕਹੀਏ ਦੂਜੇ ਸ਼ਬਦਾਂ ਵਿੱਚ, ਤਾਂ ਕੰਪਿਊਟਰ ਦੀ ਜਿਹੜੀ ਇੰਟਰਨਲ ਮੈਮਰੀ ਹੈ ਉਹਨੂੰ ਅਸੀਂ ਰੈਮ ਹੀ ਕਹਿੰਦੇ ਹਾਂ। ਤੁਸੀਂ ਧਿਆਨ ਦੇ ਨਾਲ ਦੇਖੋ, ਜਿਹੜੀ ਮੈਮਰੀ CPU ਦੇ ਅੰਦਰ, ਜਿਹੜਾ ਮੈਮਰੀ ਯੂਨਿਟ ਲਗਾਇਆ ਗਿਆ ਜਿਹਦੀ ਅਗਾ ਫਰਦਰ ਤਿੰਨ ਪਾਰਟ ਨੇ, ਰੋਮ, ਰੈਮ ਤੇ ਕੈਸ਼, ਇਹਨੂੰ ਅਸੀਂ ਪ੍ਰਾਇਮਰੀ ਮੈਮਰੀ ਕਹਿੰਦੇ ਹਾਂ। ਔਰ ਦੂਜੇ ਪਾਸੇ ਜਿਹੜੀ ਪ੍ਰਾਇਮਰੀ ਮੈਮਰੀ ਦੀਆਂ ਖਾਮੀਆਂ ਸੀਗੀਆਂ, ਪ੍ਰਾਇਮਰੀ ਮੈਮਰੀ ਦੇ ਜਿਹੜੇ ਕਮੀਆਂ ਸੀਗੀਆਂ, ਕਮੀ ਇਹ ਸੀਗੀ ਕਿ ਇਹਦੀ ਇੱਕ ਤਾਂ ਕਪੈਸਿਟੀ ਬਹੁਤ ਘੱਟ ਹੁੰਦੀ ਹੈ। ਇਹ ਵੱਖਰੀ ਗੱਲ ਹੈ ਕਿ ਇਹਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ, ਕਪੈਸਿਟੀ ਘੱਟ ਹੋਣ ਕਰਕੇ। ਔਰ ਦੂਸਰੀ ਸਭ ਤੋਂ ਵੱਡੀ ਕਮੀ ਇਹ ਸੀ ਕਿ ਵੋਲੇਟਾਈਲ ਹੈ, ਬਿਜਲੀ ਚਲੀ ਜਾਂਦੀ ਹੈ ਤੇ ਇਹਦੇ ਵਿੱਚ ਪਿਆ ਹੋਇਆ ਡਾਟਾ ਖਤਮ ਹੋ ਜਾਂਦਾ ਹੈ। ਸੋ ਇਹਨਾਂ ਦੋਨਾਂ ਕਮੀਆਂ ਨੂੰ ਪੂਰਾ ਕਰਨ ਦੇ ਲਈ ਅਸੀਂ ਲਗਾਉਂਦੇ ਹੁੰਦੇ ਹਾਂ ਸਟੋਰੇਜ ਯੂਨਿਟ, ਜਿਹਨੂੰ ਅਸੀਂ ਕਹਿੰਦੇ ਹਾਂ ਸੈਕੰਡਰੀ ਮੈਮਰੀ। ਮਤਲਬ ਇਹ ਹੋਇਆ ਕਿ ਜਿਹੜੀ ਰੈਮ ਹੈ ਕੰਪਿਊਟਰ ਦੀ, ਉਹ ਪ੍ਰਾਇਮਰੀ ਮੈਮਰੀ ਹੈ, ਤੇ ਜਿਹੜੀ ਸਾਡੇ ਕੋਲ ਸਟੋਰੇਜ ਯੂਨਿਟ ਯਾਨੀ ਕਿ ਹਾਰਡ ਡਿਸਕ ਹੈ ਜਾਂ ਪੈਨ ਡਰਾਈਵ ਹੈ, ਉਹ ਕੰਪਿਊਟਰ ਦੀ ਸੈਕੰਡਰੀ ਮੈਮਰੀ ਹੈ। ਇਸ ਚੀਜ਼ ਦਾ ਧਿਆਨ ਰੱਖਣਾ ਹੈ। ਸੋ ਅੱਗੇ ਜਾ ਕੇ ਆਪਾਂ ਇਹਦੇ ਬਾਰੇ ਵਿਸਥਾਰ ਦੇ ਨਾਲ ਗੱਲ ਕਰਾਂਗੇ। ਇਸ ਬਲੌਕ ਡਾਇਆਗ੍ਰਾਮ ਤੋਂ ਤੁਹਾਨੂੰ ਇਹ ਪਤਾ ਲੱਗਦਾ ਹੈ ਕਿ ਕੰਪਿਊਟਰ ਨੂੰ ਮੁੱਖ ਤੌਰ ਤੇ ਤਿੰਨ ਹਿੱਸਿਆਂ 'ਚ ਵੰਡਿਆ ਜਾ ਸਕਦਾ ਹੈ: ਇਨਪੁਟ, CPU ਤੇ ਆਊਟਪੁੱਟ। ਪਰ ਕੰਪਿਊਟਰ ਦੇ ਵਿੱਚ ਜੇ ਡਾਟਾ ਪਰਮਾਨੈਂਟ ਸਟੋਰ ਕਰਨਾ ਹੋਵੇ ਤਾਂ ਸਾਡੇ ਕੋਲ ਆਪਸ਼ਨਲ ਹੈ, ਸਾਡੇ ਕੋਲ ਇਹ ਇੱਕ ਵਿਕਲਪ ਹੈ ਕਿ ਅਸੀਂ ਸਟੋਰੇਜ ਯੂਨਿਟ ਨਾਲ ਲਗਾ ਵੀ ਸਕਦੇ ਹਾਂ, ਨਹੀਂ ਵੀ ਲਗਾ ਸਕਦੇ। ਰੈਮ ਤੋਂ ਬਿਨਾਂ ਕੰਪਿਊਟਰ ਨਹੀਂ ਚੱਲ ਸਕਦਾ, ਪਰ ਸਟੋਰੇਜ ਯੂਨਿਟ ਜੇ ਅਸੀਂ ਹਾਰਡ ਡਿਸਕ ਨਹੀਂ ਲਗਾਵਾਂਗੇ, ਕੰਪਿਊਟਰ ਤਾਂ ਚੱਲੇਗਾ ਪਰ ਸੇਵ ਨਹੀਂ ਹੋਏਗਾ। ਸੋ ਸਟੋਰੇਜ ਯੂਨਿਟ ਦਾ ਮਤਲਬ ਇੱਥੇ ਸਮਝ ਲੈਣਾ ਹੈ ਕਿ ਇੱਥੇ ਹਾਰਡ ਡਿਸਕ ਜਾਂ ਕੋਈ ਹੋਰ
ਸਟੋਰੇਜ ਯੂਨਿਟ ਜਿਵੇਂ SSD ਦੀ ਗੱਲ ਕੀਤੀ ਸੀ ਉਹ ਲੱਗਿਆ ਹੋਇਆ ਹੈ। ਤੁਸੀਂ ਦੇਖ ਰਹੇ ਹੋਣੇ ਸਾਰੇ ਪਾਸੇ ਤੀਰ ਦੇ ਨਿਸ਼ਾਨ ਇਸ ਤਰ੍ਹਾਂ ਸਿੰਗਲ ਜਾ ਰਹੇ ਨੇ, ਇੱਧਰ ਆਊਟਪੁੱਟ ਯੂਨਿਟ ਵੱਲ ਵੀ ਸਿੰਗਲ ਜਾ ਰਹੇ ਨੇ, ਪਰ ਇੱਥੇ ਤੀਰ ਦਾ ਜਿਹੜਾ ਨਿਸ਼ਾਨ ਹੈ ਉਹਦੀ ਜਿਹੜੀ ਡਾਇਰੈਕਸ਼ਨ ਹੈ ਦੋ ਪਾਸੇ ਹੈ। ਇਹ ਦੋ ਪਾਸੇ ਕਿਉਂ ਹੈ? ਕਿਉਂਕਿ ਜਦੋਂ ਅਸੀਂ ਕੋਈ ਫਾਈਲ ਸੇਵ ਕਰਦੇ ਹਾਂ ਤੇ ਉਹ ਫਾਈਲ ਹਾਰਡ ਡਿਸਕ ਦੇ ਵਿੱਚ ਸੇਵ ਹੋ ਜਾਂਦੀ ਹੈ, ਔਰ ਅਗਲੇ ਦਿਨ ਜਦੋਂ ਉਸ ਫਾਈਲ ਨੂੰ ਅਸੀਂ ਓਪਨ ਕਰਨਾ ਹੁੰਦਾ ਹੈ ਤਾਂ ਹਾਰਡ ਡਿਸਕ ਦੇ ਵਿੱਚੋਂ ਵਾਪਸ CPU ਦੇ ਵਿੱਚ ਜਾਂਦੀ ਹੈ। ਉਸ ਕਰਕੇ ਇਹਦੇ ਤੀਰ ਜਿਹੜੇ ਨੇ ਦੋਨਾਂ ਪਾਸੇ ਜਾਂਦੇ ਨੇ। ਸੋ ਅਗਲੀ ਸਲਾਈਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮੈਮਰੀ ਦੇ ਦੋ ਪਾਰਟ ਨੇ, ਜਿਵੇਂ ਆਪਾਂ ਗੱਲ ਕੀਤੀ ਹੈ ਪ੍ਰਾਇਮਰੀ ਮੈਮਰੀ ਤੇ ਸੈਕੰਡਰੀ ਮੈਮਰੀ। ਪ੍ਰਾਇਮਰੀ ਮੈਮਰੀ ਹਾਲਾਂਕਿ ਉਹਦੇ ਤਿੰਨ ਹਿੱਸੇ ਨੇ, ਰੈਮ, ਰੋਮ ਤੇ ਕੈਸ਼ ਮੈਮਰੀ, ਪਰ ਮੇਨ ਮੁੱਖ ਤੌਰ ਤੇ ਰੈਮ ਨੂੰ ਅਸੀਂ ਪ੍ਰਾਇਮਰੀ ਮੈਮਰੀ ਕਹਿੰਦੇ ਆ। ਦੂਜੇ ਪਾਸੇ ਸੈਕੰਡਰੀ ਮੈਮਰੀ ਕਈ ਤਰ੍ਹਾਂ ਦੀ ਨੇ, ਕਈ ਐਗਜ਼ਾਮਪਲ ਨੇ ਇਹਦੇ ਵਿੱਚੋਂ, ਪਰ ਹਾਰਡ ਡਿਸਕ ਆਮ ਤੌਰ ਤੇ ਸਾਰੇ ਕੰਪਿਊਟਰਾਂ ਦੇ ਵਿੱਚ ਪਹਿਲਾਂ ਹੀ ਫਿਕਸ ਕੀਤੀ ਹੁੰਦੀ ਹੈ। ਸੋ ਜਿਹੜੀ ਸੈਕੰਡਰੀ ਮੈਮਰੀ ਹੈ ਉਹਨੂੰ ਅਗਾਂਹ ਦੋ ਹਿੱਸਿਆਂ 'ਚ ਵੰਡ ਸਕਦੇ ਹਾਂ, ਇੱਕ ਫਿਕਸ ਡਿਸਕ ਜਿਹਨੂੰ ਅਸੀਂ ਕਹਿੰਦੇ ਆ, ਔਰ ਦੂਸਰੀ ਹੁੰਦੀ ਹੈ ਸਾਡੇ ਕੋਲ ਰਿਮੂਵੇਬਲ ਮੈਮਰੀ, ਰੀਮੂਵੇਬਲ। ਤਾਂ ਦੋਨਾਂ ਦਾ ਮਤਲਬ ਤੁਸੀਂ ਸਮਝ ਗਏ ਹੋਵੋਗੇ ਕਿ ਉਹ ਮੈਮਰੀ ਜਿਹਨੂੰ ਪਰਮਾਨੈਂਟ ਸਟੋਰ ਕਰਨ ਲਈ ਵਰਤਿਆ ਜਾਵੇ ਉਹਨੂੰ ਅਸੀਂ ਸੈਕੰਡਰੀ ਮੈਮਰੀ ਕਹਿੰਦੇ ਆ। ਉਹਨਾਂ ਵਿੱਚੋਂ ਇੱਕ ਹਾਰਡ ਡਿਸਕ ਐਸੀ ਚੀਜ਼ ਹੈ ਕਿ ਜਿਹਨੂੰ ਇਸ ਤਰ੍ਹਾਂ ਦੇ ਨਾਲ ਇੱਕ ਡੱਬੇ 'ਚ ਬੰਦ ਕੀਤਾ ਹੁੰਦਾ ਹੈ ਔਰ CPU ਦੇ ਵਿੱਚ ਇਹਨੂੰ ਨਟ ਬੋਲਟ ਨਾਲ ਪੇਚ ਨਾਲ ਕੱਸ ਕੇ ਵਿੱਚ ਹੀ ਫਿਕਸ ਕਰ ਲਿਆ ਜਾਂਦਾ ਹੈ। ਸੋ ਇਹ ਜਿਹੜੀ ਹੈ ਹਾਰਡ ਡਿਸਕ ਫਿਕਸ ਜਿਹੜੀ ਸਟੋਰੇਜ ਹੈ। ਬਾਕੀ ਜਿੰਨੀਆਂ ਵੀ ਚੀਜ਼ਾਂ ਨੇ, ਪੈਨ ਡਰਾਈਵ ਹੈ, ਮੈਮਰੀ ਕਾਰਡ ਹੈ, ਜਾਂ ਸਾਡੇ ਕੋਲੇ ਫਲੋਪੀ ਡਿਸਕ ਹੈ, CD ਹੈ, DVD ਹੈ, ਉਹ ਫਿਕਸ ਨਹੀਂ ਹੁੰਦੀਆਂ। ਜਦੋਂ ਵੀ ਲੋੜ ਪੈਂਦੀ ਹੈ ਕੰਪਿਊਟਰ ਦੇ ਨਾਲ ਲਗਾ ਲਈਦੀਆਂ ਨੇ, ਜਦੋਂ ਨਹੀਂ ਲੋੜ ਪੈਂਦੀ ਉਹਨੂੰ ਉਤਾਰ ਸਕਦੇ ਹਾਂ। ਸੋ ਇਸ ਕਰਕੇ ਇਹਨੂੰ ਅਸੀਂ ਕਹਿੰਦੇ ਹਾਂ ਰਿਮੂਵੇਬਲ ਡਿਵਾਈਸਿਸ। ਸੋ ਸੈਕੰਡਰੀ ਜਿੰਨੀਆਂ ਡਿਵਾਈਸਿਸ ਨੇ ਉਹ ਅੱਗੇ ਦੋ ਤਰ੍ਹਾਂ ਦੀਆਂ ਨੇ, ਫਿਕਸ ਤੇ ਰਿਮੂਵੇਬਲ। ਸੋ ਅਗਲੀ ਜਿਹੜੀ ਗੱਲ ਆਪਾਂ ਕਰਨੀ ਹੈ, ਕੰਪੈਰੀਜ਼ਨ ਕਰਨਾ ਹੈ, ਦੋਨਾਂ ਦੇ ਵਿੱਚ ਮੁਕਾਬਲਾ ਕਰਨਾ ਹੈ ਕਿ ਪ੍ਰਾਇਮਰੀ ਮੈਮਰੀ ਤੇ ਸੈਕੰਡਰੀ ਮੈਮਰੀ ਦੇ ਵਿੱਚ ਕੀ ਫਰਕ ਹੈ। ਦੇਖੋ ਧਿਆਨ ਨਾਲ, ਪ੍ਰਾਇਮਰੀ ਮੈਮਰੀ ਜਿਹੜੀ ਹੈ ਉਹਦੇ ਹੋਰ ਨਾਮ ਵੀ ਨੇ। ਇਸ ਪ੍ਰਾਇਮਰੀ ਮੈਮਰੀ ਨੂੰ ਅੰਦਰੂਨੀ ਮੈਮਰੀ ਕਹਿੰਦੇ ਆ। ਪਹਿਲਾਂ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਪ੍ਰਾਇਮਰੀ ਕਿਉਂ ਕਹਿੰਦੇ ਆ, ਕਿਉਂਕਿ ਕੰਪਿਊਟਰ ਦੇ ਕੰਮ ਕਰਨ ਦੇ ਲਈ ਜਿਹੜੀ ਮੈਮਰੀ ਦੀ ਸਾਨੂੰ ਲੋੜ ਪੈਂਦੀ ਹੈ, ਜਿਹੜੀ ਬਹੁਤ ਜ਼ਰੂਰੀ ਹੈ, ਜਿਹਦੇ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ, ਉਹਨੂੰ ਪ੍ਰਾਇਮਰੀ ਕਹਿੰਦੇ ਆ। ਕਿਉਂਕਿ ਇਹ CPU ਦੇ ਅੰਦਰ ਲੱਗੀ ਹੁੰਦੀ ਹੈ, ਇਸ ਕਰਕੇ ਇਹਨੂੰ ਅੰਦਰੂਨੀ ਮੈਮਰੀ ਕਹਿੰਦੇ ਆ। ਸੋ ਇਹ ਮੈਮਰੀ ਜਿਹੜੀ ਹੈ ਇਹ ਮੁੱਖ ਹਿੱਸਾ ਹੈ CPU ਦਾ, ਉਸ ਕਰਕੇ ਇਹਨੂੰ ਮੁੱਖ ਮੈਮਰੀ ਜਾਂ ਮੇਨ ਮੈਮਰੀ ਵੀ ਕਹਿੰਦੇ ਆ। ਦੂਜੇ ਪਾਸੇ ਆਪਾਂ ਅੱਗੇ ਗੱਲ ਦੂਜੇ ਨੰਬਰ ਤੇ ਕਰੀਏ ਕਿ ਜਿਹੜੀ ਮੈਮਰੀ ਪ੍ਰਾਇਮਰੀ ਹੈ ਉਹਦੀਆਂ ਕਿਸਮਾਂ ਕਿਹੜੀਆਂ ਕਿਹੜੀਆਂ ਨੇ। ਆਪਾਂ ਦੇਖ ਲਿਆ ਇੱਕ ਡਾਇਗਰਾਮ ਦੇ ਵਿੱਚ ਰੈਮ, ਰੋਮ ਤੇ ਕੈਸ਼ ਮੈਮਰੀ। ਰੈਮ ਜਿਹੜੀ ਹੈ ਉਹਦਾ ਸੰਬੰਧ ਸਿੱਧਾ ਸਪੀਡ ਨਾਲ ਹੈ, ਔਰ ਕੰਪਿਊਟਰ ਜਦੋਂ ਕੰਮ ਕਰਵਾਉਣਾ ਹੋਵੇ ਕੰਪਿਊਟਰ ਤੋਂ ਉਦੋਂ ਵੀ ਰੈਮ ਦੀ ਜ਼ਰੂਰਤ ਪੈਂਦੀ ਹੈ। ਰੋਮ ਦਾ ਕੰਮ ਕੀ ਹੈ, ਕੈਸ਼ ਦਾ ਕੀ, ਉਹ ਆਪਾਂ ਅੱਗੇ ਜਾ ਕੇ ਕਰਾਂਗੇ। ਅਗਲੀ ਜਿਹੜੀ ਗੱਲ ਹੈ ਵੋਲੇਟਾਈਲ। ਜਿਹੜੀ ਪ੍ਰਾਇਮਰੀ ਮੈਮਰੀ ਹੈ, ਜਿਹੜੀ ਰੈਮ ਹੈ, ਉਹ ਵੋਲੇਟਾਈਲ ਹੈ। ਯੈਸ ਲਿਖਿਆ ਇੱਥੇ, ਇਹ ਵੋਲੇਟਾਈਲ ਹੈ, ਮਤਲਬ ਬਿਜਲੀ ਚਲੀ ਜਾਏ ਤਾਂ ਇਹਦੇ 'ਚ ਪਿਆ ਡਾਟਾ ਨਸ਼ਟ ਹੋ ਜਾਂਦਾ ਹੈ। ਨੈਸੈਸਿਟੀ ਇਹਦੀ ਹੈ ਕਿ ਨਹੀਂ ਹੈ? ਬਿਲਕੁਲ ਹੈ ਜੀ। ਪ੍ਰਾਇਮਰੀ ਮੈਮਰੀ ਤੋਂ ਬਿਨਾਂ ਤਾਂ ਕੰਪਿਊਟਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਹੁਣ ਆਪਾਂ ਦੇਖਦੇ ਹਾਂ ਸੈਕੰਡਰੀ ਮੈਮਰੀ ਦੇ ਬਾਰੇ। ਸਾਹਮਣੇ ਦੇਖੋ ਇੱਕ ਬਾਕਸ ਹੋਰ ਖੁੱਲ ਗਿਆ। ਇਹਦੇ ਸੈਕੰਡਰੀ ਮੈਮਰੀ ਦੇ ਹੋਰ ਨਾਮ ਨੇ ਬਾਹਰੀ ਮੈਮਰੀ, ਸਹਾਇਕ ਮੈਮਰੀ। ਇਹ ਅੰਦਰੂਨੀ ਸੀ, ਇਹ ਬਾਹਰੀ ਹੈ, ਇਹ ਮੁੱਖ ਸੀਗੀ ਤੇ ਇਹ ਹੈ ਸਹਾਇਕ ਮੈਮਰੀ। ਇਹਦੀਆਂ ਕਿਸਮਾਂ ਰੈਮ, ਰੋਮ ਤੇ ਕੈਸ਼ ਮੈਮਰੀ ਸੀਗੀਆਂ। ਇਹਦੀਆਂ ਕਿਸਮਾਂ ਹਾਰਡ ਡਿਸਕ, ਪੈਨ ਡਰਾਈਵ, ਹੋਰ ਬਹੁਤ ਸਾਰੀਆਂ ਜਿਹੜੀਆਂ ਅੱਗੇ ਆਪਾਂ ਕਰਾਂਗੇ। ਜਿਹੜੀ ਸਾਡੇ ਕੋਲ ਪ੍ਰਾਇਮਰੀ ਮੈਮਰੀ ਹੈ ਉਹ ਵੋਲੇਟਾਈਲ ਹੈ, ਬਟ ਜਿਹੜੀ ਸੈਕੰਡਰੀ ਮੈਮਰੀ ਹੈ ਵੋਲੇਟਾਈਲ ਨਹੀਂ ਹੈ। ਇਸੇ ਕਰਕੇ ਇਹਦਾ ਸੈਕੰਡਰੀ ਮੈਮਰੀ ਦੀ ਲੋੜ ਪਈ ਹੈ, ਕਿਉਂਕਿ ਰੈਮ ਵੋਲੇਟਾਈਲ ਹੁੰਦੀ ਹੈ। ਮਤਲਬ ਇਹ ਹੈ ਕਿ ਹਾਰਡ ਡਿਸਕ ਜਾਂ ਪੈਨ ਡਰਾਈਵ ਦੇ ਵਿੱਚ ਡਾਟਾ ਸੇਵ ਕਰ ਦਈਏ ਤਾਂ ਬਿਜਲੀ ਚਲੀ ਵੀ ਜਾਵੇ ਤਾਂ ਵੀ ਉਹਦੇ ਵਿੱਚੋਂ ਨਸ਼ਟ ਨਹੀਂ ਹੁੰਦਾ, ਡਾਟਾ ਡਿਲੀਟ ਨਹੀਂ ਹੁੰਦਾ। ਤਾਂ ਨੈਸੈਸਿਟੀ ਕੀ ਹੈ? ਜਿਹੜੀ ਸਾਡੇ ਕੋਲ ਹਾਰਡ ਡਿਸਕ ਹੈ ਜਾਂ ਸੈਕੰਡਰੀ ਮੈਮਰੀ ਹੈ ਉਹ ਆਪਸ਼ਨਲ ਹੈ। ਜੇ ਸਟੋਰ ਕਰਨੀ ਹੈ ਚੀਜ਼, ਪਰਮਾਨੈਂਟ ਸੇਵ ਕਰਨੀ ਹੈ, ਤੇ ਹਾਰਡ ਡਿਸਕ ਲਗਾ ਲਓ, ਨਹੀਂ ਤਾਂ ਕੰਪਿਊਟਰ ਦਾ ਕੰਮ ਤਾਂ ਤੁਹਾਡਾ ਚੱਲੀ ਜਾ ਰਿਹਾ। ਅਗਲੀ ਸਕਰੀਨ ਤੁਸੀਂ ਦੇਖ ਰਹੇ ਹੋ ਰੈਮ ਦੇ ਬਾਰੇ। ਰੈਮ ਕੀ ਚੀਜ਼ ਹੈ? ਦੇਖੋ ਧਿਆਨ ਨਾਲ, ਰੈਮ ਨੂੰ ਰੈਂਡਮ ਐਕਸੈਸ ਮੈਮਰੀ ਕਿਹਾ ਜਾਂਦਾ ਹੈ। ਇਸ ਵਿੱਚ ਪੜ੍ਹਨ ਤੇ ਲਿਖਣ ਦੀ ਸਮਰੱਥਾ ਹੁੰਦੀ ਹੈ। ਰੈਮ ਮੀਨਸ ਰੈਂਡਮ ਐਕਸੈਸ ਮੈਮਰੀ। ਇੱਕ ਤਾਂ ਇਹਦੀ ਫੁੱਲ ਫਾਰਮ ਯਾਦ ਰੱਖਣੀ ਹੈ। ਇਹਨੂੰ ਫੁੱਲ ਫਾਰਮ ਹੋਰ ਤਰੀਕੇ ਨਾਲ ਵੀ ਕਈ ਲੋਕ ਬਣਾ ਲੈਂਦੇ ਨੇ, ਉਹ ਵੀ ਠੀਕ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਰੀਡ ਐਂਡ ਰਾਈਟ ਮੈਮਰੀ। ਰੀਡ ਐਂਡ ਰਾਈਟ ਮਤਲਬ
ਪੜ੍ਹਨ ਤੇ ਲਿਖਣ ਦਾ ਕੰਮ, ਜਿਹਦੇ ਵਿੱਚ ਡਾਟਾ ਤੁਸੀਂ ਲਿਖ ਵੀ ਸਕਦੇ ਹੋ, ਮਤਲਬ ਕੋਈ ਚੀਜ਼ ਸੇਵ ਵੀ ਕਰ ਸਕਦੇ ਹੋ, ਪਰ ਹੁੰਦੀ ਆਰਜੀ ਸੇਵ ਹੈ, ਟੈਂਪਰੇਰੀ ਸੇਵ ਹੁੰਦੀ ਹੈ, ਤੇ ਉਹਨੂੰ ਤੁਸੀਂ ਪੜ੍ਹ ਵੀ ਸਕਦੇ ਹੋ। ਜਿੰਨੀ ਦੇਰ ਤੱਕ ਲਾਈਟ ਚੱਲ ਰਹੀ ਹੈ ਉਨੀ ਦੇਰ ਤੱਕ ਉਹਨੂੰ ਪੜ੍ਹ ਸਕਦੇ ਹੋ। ਮਤਲਬ ਰੀਡ ਐਂਡ ਰਾਈਟ ਹੈ, ਦੋਨੇ ਕੰਮ ਕਰਦੀ ਹੈ ਰੈਮ। ਰੈਮ ਵਿੱਚ ਅੰਕੜਿਆਂ ਨੂੰ ਸਟੋਰ ਕਰਨ ਦਾ ਕੋਈ ਨਿਰਧਾਰਤ ਕ੍ਰਮ ਨਹੀਂ ਹੁੰਦਾ, ਮਤਲਬ ਜਿੱਥੋਂ ਮਰਜ਼ੀ ਰੈਂਡਮਲੀ, ਇਹਦਾ ਨਾਮ ਜਿਹੜਾ ਰੈਂਡਮ ਤਾਂ ਪਿਆ ਹੈ ਕਿ ਜਿਹੜੀ ਰੈਮ ਹੈ, ਇਹ ਰੈਮ ਹੈ, ਰੈਮ ਦੇ ਵਿੱਚ ਮੰਨ ਲਵੋ ਅਸੀਂ ਕਈ ਫਾਈਲਾਂ ਇੱਥੇ ਸਟੋਰ ਕੀਤੀਆਂ ਹੋਈਆਂ ਨੇ। 1 ਨੰਬਰ ਫਾਈਲ ਹੈ, 5 ਨੰਬਰ ਫਾਈਲ ਹੈ, 6 ਨੰਬਰ ਹੈ, 2 ਨੰਬਰ ਫਾਈਲ ਹੈ, 3 ਨੰਬਰ ਹੈ, 7 ਨੰਬਰ ਹੈ। ਤਾਂ ਤੁਸੀਂ ਜੇ ਇਸ ਫਾਈਲ ਕੋਈ 7 ਨੰਬਰ ਪੜ੍ਹਨੀ ਹੈ ਰੈਮ ਦੇ ਵਿੱਚੋਂ, ਤਾਂ ਸਿੱਧੀ ਉਹ 7 ਨੰਬਰ ਤੇ ਪਹੁੰਚ ਜਾਏਗੀ। ਉਹਦੇ ਲਈ ਕੋਈ ਕ੍ਰਮ ਨਹੀਂ ਹੈ, ਮਤਲਬ ਇਹ ਨਹੀਂ ਕੰਪਿਊਟਰ ਕਰੂਗਾ ਕਿ ਪਹਿਲਾਂ 1 ਨੰਬਰ ਪੜੂਗਾ, ਫਿਰ 5, ਫਿਰ 3, ਫਿਰ 6, ਫਿਰ ਜਾ ਕੇ 7 ਤੇ ਪਹੁੰਚੂਗਾ, ਐਸਾ ਨਹੀਂ ਹੈ। ਤੋ ਰੈਂਡਮਲੀ ਉਹ ਸਿੱਧੀ ਉਸ ਫਾਈਲ ਦੇ ਉੱਤੇ ਸਾਡਾ ਕੰਪਿਊਟਰ ਪਹੁੰਚ ਸਕਦਾ ਹੈ। ਸੋ ਇਸ ਕਰਕੇ ਕੋਈ ਨਿਰਧਾਰਤ ਉਹਦਾ ਕ੍ਰਮ ਨਹੀਂ ਹੈ, ਕੋਈ ਸੀਕੁਐਂਸ ਨਹੀਂ ਹੈ। ਸੋ ਜਿਸ ਕਰਕੇ ਰੈਂਡਮ ਐਕਸੈਸ ਕਹਿੰਦੇ ਆ ਇਹਨੂੰ ਅਸੀਂ। ਇਹਦਾ ਕਾਰਨ ਇਹ ਹੈ ਕਿ ਕੋਈ ਵੀ ਹਿੱਸਾ ਪਹਿਲਾਂ ਪੜ੍ਹਿਆ ਜਾ ਸਕਦਾ ਹੈ ਤੇ ਕੋਈ ਵੀ ਬਾਅਦ ਵਿੱਚ। ਹੁਣ ਜਿਹੜੇ ਰੈਮ ਹੈ, ਰੈਮ ਦੀਆਂ ਅੱਗੇ ਆਪਣੀਆਂ ਹੀ 2 ਕਿਸਮਾਂ ਹੁੰਦੀਆਂ ਨੇ, ਸਿਰਫ ਤੁਸੀਂ ਨਾਮ ਯਾਦ ਰੱਖਣੇ ਨੇ, ਡਾਇਨਾਮਿਕ ਰੈਮ ਤੇ ਸਟੈਟਿਕ ਰੈਮ। ਡਾਇਨਾਮਿਕ ਰੈਮ ਟ੍ਰਾਂਜ਼ਿਸਟਰ ਵਾਲੀ ਮੈਮਰੀ ਹੈ, ਸਟੈਟਿਕ ਰੈਮ ਤੇ ਡਾਇਨਾਮਿਕ ਦੇ ਵਿੱਚ ਸਿਰਫ ਇੱਕੋ ਹੀ ਫਰਕ ਹੈ ਕਿ ਜਿਹੜੀ ਇਹਨਾਂ ਦੀ ਟੈਕਨੋਲੋਜੀ ਹੈ ਉਹ ਵੱਖਰੀ ਵੱਖਰੀ ਹੈ। ਸੋ ਰੈਮ ਦੀਆਂ ਕਿਸਮਾਂ ਦੋਨੇ ਚੇਤਾ ਰੱਖ ਲੈਣੀਆਂ। ਡੀ ਰੈਮ ਮੀਨਸ ਡਾਇਨਾਮਿਕ ਰੈਮ, ਐਸ ਰੈਮ ਦਾ ਮਤਲਬ ਸਟੈਟਿਕ ਰੈਮ। ਅੱਗੇ ਗੱਲ ਕਰਦੇ ਹਾਂ ਰੋਮ ਦੀ, ਯਾਨੀ ਕਿ ਰੀਡ ਓਨਲੀ ਮੈਮਰੀ। ਸੋ ਨਾਮ ਤੋਂ ਹੀ ਸਪਸ਼ਟ ਹੈ ਕਿ ਸਿਰਫ ਇਹਨੂੰ ਅਸੀਂ ਰੀਡ ਕਰ ਸਕਦੇ ਹਾਂ, ਰਾਈਟ ਨਹੀਂ ਕਰ ਸਕਦੇ। ਇਹ ਪਹਿਲਾਂ ਜਿਹੜੀ ਕੰਪਨੀ ਇਹ ਚਿਪ ਬਣਾਉਂਦੀ ਹੈ ਰੋਮ ਵਾਲੀ, ਉਸ ਚਿਪ ਦੇ ਵਿੱਚ ਪਹਿਲਾਂ ਹੀ ਕੁਝ ਨਾ ਕੁਝ ਜਿਹੜਾ ਪ੍ਰੋਗਰਾਮ ਹੈ ਉਹ ਰਿਕਾਰਡ ਕਰਕੇ ਭੇਜਦੀ ਹੈ। ਉਸ ਰਿਕਾਰਡ ਕੀਤੇ ਹੋਏ ਪ੍ਰੋਗਰਾਮ ਦੀ ਕੰਪਿਊਟਰ ਨੂੰ ਚਾਲੂ ਕਰਨ ਵੇਲੇ, ਕੰਪਿਊਟਰ ਨੂੰ ਸਟਾਰਟ ਕਰਨ ਵੇਲੇ ਲੋੜ ਪੈਂਦੀ ਹੈ, ਔਰ ਉਸ ਪ੍ਰੋਗਰਾਮ ਨੂੰ ਸਿਰਫ ਕੰਪਿਊਟਰ ਪੜ੍ਹਦਾ ਹੈ, ਉਹਦੇ ਵਿੱਚ ਹੋਰ ਕੁਝ ਲਿਖ ਨਹੀਂ ਸਕਦਾ। ਠੀਕ ਹੈ ਜੀ। ਸੋ ਇਸ ਕਰਕੇ ਇਹਨੂੰ ਰੋਮ ਕਹਿੰਦੇ ਆ, ਰੀਡ ਓਨਲੀ ਮੈਮਰੀ। ਰੈਮ ਦੇ ਵਿੱਚ ਲਿਖ ਵੀ ਸਕਦੇ ਸੀ, ਪੜ੍ਹ ਵੀ ਸਕਦੇ ਸੀ, ਇਹਦੇ ਵਿੱਚ ਲਿਖ ਨਹੀਂ ਸਕਦੇ, ਸਿਰਫ ਪੜ੍ਹ ਸਕਦੇ ਆ। ਸੋ ਇਸ ਦੀ ਵਰਤੋਂ ਲਿਖਣ ਵਾਲੇ ਕਾਰਜਾਂ ਲਈ ਨਹੀਂ ਕੀਤੀ ਜਾਂਦੀ। ਇਸ ਵਿੱਚ ਚਿਪ ਬਣਾਉਣ ਵਾਲੇ ਜਿਹੜੇ ਕੰਪਨੀ ਹੈ ਉਹ ਪੱਕੇ ਤੌਰ ਤੇ, ਸਥਾਈ ਤੌਰ ਤੇ ਇਹਦੇ ਵਿੱਚ ਪ੍ਰੋਗਰਾਮ ਜਿਹੜਾ ਹੈ ਉਹ ਸਟੋਰ ਕਰਕੇ ਭੇਜਦੀ ਹੈ। ਕੁਝ ਵਿਸ਼ੇਸ਼ ਹਾਲਤਾਂ ਵਿੱਚ ਹੀ ਇਸ ਪ੍ਰੋਗਰਾਮ ਨੂੰ ਬਦਲ ਸਕਦੇ ਹਾਂ, ਜਾਂ ਅਸੀਂ ਰਾਈਟ ਕਰ ਸਕਦੇ ਹਾਂ, ਜਾਂ ਪੁਰਾਣੇ ਪ੍ਰੋਗਰਾਮ ਨੂੰ ਹਟਾ ਸਕਦੇ ਹਾਂ। ਸੋ ਜਿਹੜੀ ਰੋਮ ਹੈ, ਰੈਮ ਦੀ ਤਰ੍ਹਾਂ ਇਹਦੀਆਂ ਵੀ ਕਈ ਕਿਸਮਾਂ ਨੇ। ਮੁੱਖ ਤੌਰ ਤੇ ਇਹਦੀਆਂ 4 ਕਿਸਮਾਂ ਨੇ ਰੋਮ ਦੀਆਂ। ਪਹਿਲੀ ਹੈ ਪੀ ਰੋਮ। ਪੀ ਰੋਮ ਦਾ ਮਤਲਬ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਰੋਮ ਦਾ ਮਤਲਬ ਤਾਂ ਰੀਡ ਓਨਲੀ ਮੈਮਰੀ ਆਪਾਂ ਕਰ ਚੁੱਕੇ ਆ, ਇਹਦੇ ਅੱਗੇ ਪੀ ਲੱਗ ਗਿਆ। ਤਾਂ ਪੀ ਦਾ ਮਤਲਬ ਹੈ ਪ੍ਰੋਗਰਾਮਏਬਲ। ਮਤਲਬ ਇਹ ਹੈ ਕਿ ਖਾਸ ਹਾਲਤਾਂ ਦੇ ਵਿੱਚ ਅਸੀਂ ਜਿਹੜੀ ਰੋਮ ਪਹਿਲਾਂ ਤੋਂ ਹੀ ਰਿਕਾਰਡ ਕੀਤੀ ਹੋਈ ਸਾਨੂੰ ਮਿਲੀ ਹੈ, ਉਹਨੂੰ ਅਸੀਂ ਪ੍ਰੋਗਰਾਮ ਦੁਬਾਰਾ ਕਰ ਸਕਦੇ ਹਾਂ, ਉਹਦੇ ਵਿੱਚ ਦੁਬਾਰਾ ਅਸੀਂ ਰਾਈਟ ਵੀ ਕਰ ਸਕਦੇ ਹਾਂ। ਜੇ ਰਾਈਟ ਕਰਨ ਵਾਲੀ ਰੋਮ ਚਾਹੀਦੀ ਹੈ ਤੇ ਸਾਨੂੰ ਪੀ ਰੋਮ ਲੈਣੀ ਪਏਗੀ। ਪ੍ਰੋਗਰਾਮੇਬਲ ਮਤਲਬ ਇਹਦੇ ਵਿੱਚ ਦੁਬਾਰਾ ਰਾਈਟ ਕੀਤਾ ਜਾ ਸਕਦਾ ਹੈ। ਸੋ ਅੱਗੇ ਅਰੇਜ਼ ਕਰਨਾ, ਜਿਹੜੀ ਰੋਮ ਸਾਨੂੰ ਪਹਿਲਾਂ ਤੋਂ ਹੀ ਰਿਕਾਰਡ ਕੀਤੀ ਹੋਈ ਮਿਲ ਰਹੀ ਹੈ ਕੰਪਨੀ ਵੱਲੋਂ, ਉਹਨੂੰ ਤੁਸੀਂ ਜੇ ਅਰੇਜ਼ ਕਰਨਾ ਚਾਹੁੰਦੇ ਹੋ, ਉਹਨੂੰ ਸਾਫ਼ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਈ ਪੀ ਰੋਮ ਹੁੰਦੀ ਹੈ। ਈ ਦਾ ਮਤਲਬ ਇਰੇਜ਼ੇਬਲ, ਪੀ ਦਾ ਮਤਲਬ ਪ੍ਰੋਗਰਾਮੇਬਲ। ਸੋ ਉਹ ਰੋਮ ਜਿਹਨੂੰ ਅਸੀਂ ਇਰੇਜ਼ ਕਰ ਸਕਦੇ ਹਾਂ, ਜਿਹਨੂੰ ਅਸੀਂ ਮਟੇ ਸਕਦੇ ਹਾਂ, ਉਹਨੂੰ ਇਰੇਜ਼ੇਬਲ ਪ੍ਰੋਗਰਾਮੇਬਲ ਰੋਮ। ਇਰੇਜ਼ੇਬਲ ਪ੍ਰੋਗਰਾਮੇਬਲ ਰੋਮ ਹੈਗੀ ਹੈ। ਅੱਗੇ ਸਾਡੇ ਕੋਲ EEP ਹੈ। EEP ਦਾ ਮਤਲਬ ਇਹ ਹੈ ਕਿ ਇਲੈਕਟ੍ਰੀਕਲੀ ਇਰੇਜ਼ੇਬਲ ਪ੍ਰੋਗਰਾਮੇਬਲ ਮੈਮਰੀ। ਮਤਲਬ ਉਸ ਰੋਮ ਨੂੰ ਜਿਹਨੂੰ ਅਰੇਜ਼ ਕਰਨਾ ਹੈ ਅਸੀਂ, ਉਹਨੂੰ ਇਲੈਕਟ੍ਰੀਕਲੀ ਬਿਜਲੀ ਦੇ ਨਾਲ ਅਸੀਂ ਅਰੇਜ਼ ਕਰ ਸਕਦੇ ਹਾਂ ਤੇ ਪ੍ਰੋਗਰਾਮ ਉਹਦੇ ਵਿੱਚ ਦੁਬਾਰਾ ਕਰ ਸਕਦੇ ਹਾਂ। ਇਸੇ ਤਰ੍ਹਾਂ UVE ਹੁੰਦਾ ਹੈ, ਮਤਲਬ ਅਲਟਰਾ ਵਾਇਲਟ ਅਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਤੋ ਅਲਟਰਾ ਵਾਇਲਟ ਲਾਈਟ ਪਾ ਕੇ ਅਸੀਂ ਜਿਹੜੀ ਰੋਮ ਨੂੰ ਇਰੇਜ਼ ਕਰ ਸਕਦੇ ਹਾਂ, ਡਾਟੇ ਨੂੰ ਸਾਫ਼ ਕਰ ਸਕਦੇ ਹਾਂ, ਉਹਨੂੰ ਅਸੀਂ UVE ਫਰੋਮ ਕਹਿੰਦੇ ਹਾਂ। ਸੋ ਇਹਨਾਂ ਦੇ ਨਾਮ ਤੁਸੀਂ
ਯਾਦ ਰੱਖ ਲੈਣੇ ਨੇ। ਇਹ ਰੋਮ ਦੀਆਂ ਕਿਸਮਾਂ ਨੇ, ਵਿਸਥਾਰ 'ਚ ਜਾਣ ਦੀ ਲੋੜ ਨਹੀਂ, ਸਿਰਫ ਇਹਨਾਂ ਦੀ ਫੁੱਲ ਫਾਰਮ ਯਾਦ ਰੱਖਣੀਆਂ ਨੇ। ਸੋ ਇਹ ਸੀਗੀਆਂ ਰੋਮ ਦੀਆਂ ਕਿਸਮਾਂ। ਹੁਣ ਰੈਮ ਵੀ ਹੋ ਗਿਆ, ਰੋਮ ਵੀ ਹੋ ਗਿਆ, ਗੱਲ ਰਹਿ ਗਈ ਕੈਸ਼ ਮੈਮਰੀ ਦੀ। ਇਹ ਕੀ ਚੀਜ਼ ਹੈ? ਇਧਰਲੇ ਪਾਸੇ ਸਾਡੇ ਕੋਲ ਪ੍ਰੋਸੈਸਰ ਲੱਗਿਆ ਹੋਇਆ CPU, ਇਧਰਲੇ ਪਾਸੇ ਸਾਡੇ ਕੋਲ ਮੇਨ ਮੈਮਰੀ ਜਿਹੜੀ ਰੈਮ ਹੈ। ਕੈਸ਼ ਮੈਮਰੀ ਨੂੰ ਇਹਦੇ ਵਿਚਾਲੇ ਲਗਾਇਆ ਜਾਂਦਾ ਹੈ, ਦੋਨਾਂ ਦੇ ਵਿਚਾਲੇ। ਕਿਹਦੇ ਕਿਹਦੇ? ਪ੍ਰੋਸੈਸਰ ਤੇ ਮੇਨ ਮੈਮਰੀ ਦੇ ਵਿਚਾਲੇ ਲਗਾਇਆ ਜਾਂਦਾ ਹੈ। ਤੇ ਲਗਾਇਆ ਕਿਉਂ ਜਾਂਦਾ ਹੈ? ਪ੍ਰੋਸੈਸਰ ਦੀ ਸਪੀਡ ਨੂੰ ਵਧਾਉਣ ਦੇ ਲਈ। ਇਹ CPU ਦੀ ਸਪੀਡ ਵੱਧ ਜਾਂਦੀ ਹੈ ਜੇ ਕੈਸ਼ ਲਗਾ ਦਿਆਂਗੇ, ਕੈਸ਼ ਮੈਮਰੀ ਲਗਾ ਦਿਆਂਗੇ ਤਾਂ। ਕਿਉਂਕਿ CPU ਜਿਹੜੇ ਇੰਸਟਰਕਸ਼ਨ ਨੂੰ ਵਾਰ-ਵਾਰ ਆਪਣੇ ਕੋਲ ਬੁਲਾਉਂਦਾ ਹੈ, ਜਾਂ CPU ਨੂੰ ਜਿਹੜੀਆਂ ਇੰਸਟਰਕਸ਼ਨ ਅਸੀਂ ਵਾਰ-ਵਾਰ ਰਿਪੀਟ ਕਰ ਕਰਕੇ ਦੇ ਰਹੇ ਹਾਂ, ਉਹਨਾਂ ਇੰਸਟਰਕਸ਼ਨ ਨੂੰ ਕੈਸ਼ ਮੈਮਰੀ ਪਕੜ ਕੇ ਰੱਖਦੀ ਹੈ। ਵਾਰ-ਵਾਰ ਰੈਮ ਦੇ ਉੱਤੇ ਲੋਡ ਨਹੀਂ ਪੈਣ ਦਿੰਦੀ। ਉਹਦਾ ਲੋਡ ਜਿਹੜਾ, ਉਹਦਾ ਭਾਰ ਉਹ ਆਪਣੇ ਸਿਰ ਲੈ ਲੈਂਦੀ ਹੈ ਕੈਸ਼ ਮੈਮਰੀ, ਔਰ ਉਹਦੇ ਨਾਲ CPU ਦੀ ਸਪੀਡ ਦੇ ਵਿੱਚ ਵਾਧਾ ਹੋ ਜਾਂਦਾ ਹੈ। ਸੋ ਕੈਸ਼ ਮੈਮਰੀ ਕੰਪਿਊਟਰ ਦੀ ਸਭ ਤੋਂ ਤੇਜ਼ ਮੈਮਰੀ ਹੁੰਦੀ ਹੈ। ਇਹ ਸੀਗੀ ਅੱਜ ਦੀ PPT, ਜਿਹਦੇ ਵਿੱਚ ਤੁਸੀਂ ਇਹ ਚੀਜ਼ਾਂ ਕੀਤੀਆਂ ਨੇ ਕਿ CPU ਕੀ ਚੀਜ਼ ਹੈ ਤੇ ਸਟੋਰੇਜ ਭਾਗ ਕੀ ਚੀਜ਼ ਨੇ। ਸੋ ਅੱਗੇ ਅਸੀਂ ਜਿਹੜੀ ਗੱਲ ਕਰਨੀ ਹੈ ਸਟੋਰੇਜ ਭਾਗਾਂ ਦੀ, ਥੋੜੀ ਜਿਹੀ ਹੋਰ ਡਿਟੇਲ ਦੇ ਵਿੱਚ ਕਰਨੀ ਹੈ। ਸਟੋਰੇਜ ਭਾਗਾਂ ਦੇ ਵਿੱਚ ਆਪਾਂ ਐਗਜ਼ਾਮਪਲ ਲਈ ਸੀ ਇੱਥੇ ਹਾਰਡ ਡਿਸਕ ਦੀ। ਸੋ ਹਾਰਡ ਡਿਸਕ ਤੋਂ ਇਲਾਵਾ ਸਾਡੇ ਕੋਲ ਕਿਹੜੀਆਂ-ਕਿਹੜੀਆਂ ਸਟੋਰੇਜ ਡਿਵਾਈਸਿਸ ਹੁੰਦੀਆਂ ਨੇ, ਉਹਦੇ ਬਾਰੇ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਤੋਂ ਕਈ ਤਰ੍ਹਾਂ ਦੀਆਂ ਸਾਡੇ ਕੋਲ ਸਟੋਰੇਜ ਡਿਵਾਈਸਿਸ ਹੁੰਦੀਆਂ ਨੇ, ਉਹਨਾਂ ਡਿਵਾਈਸਿਸ ਦੀ ਆਪਾਂ ਇੱਥੇ ਚਰਚਾ ਕਰਦੇ ਹਾਂ। ਸਾਡੇ ਕੋਲ ਜਿਹੜੀ ਸਟੋਰੇਜ ਡਿਵਾਈਸ ਹਾਰਡ ਡਿਸਕ ਤੋਂ ਬਿਨਾਂ ਹੁੰਦੀ ਹੈ, ਉਹਨੂੰ ਅਸੀਂ ਪੈਨ ਡਰਾਈਵ ਕਹਿੰਦੇ ਹਾਂ। ਸੋ ਪੈਨ ਡਰਾਈਵ ਛੋਟੀ ਜਿਹੀ ਹੁੰਦੀ ਹੈ, ਜੇਬ ਦੇ ਵਿੱਚ ਪੈਨ ਦੀ ਤਰ੍ਹਾਂ ਪਾ ਸਕਦੇ ਸੀ, ਸੋ ਇਹਨੂੰ ਅਸੀਂ ਪੈਨ ਡਰਾਈਵ ਕਹਿੰਦੇ ਸੀਗੇ। ਇਹ ਜਿਹੜੀ ਪੈਨ ਡਰਾਈਵ ਹੈ, ਇਸ ਪੈਨ ਡਰਾਈਵ ਦੇ ਵਿੱਚ ਇੱਕ ਛੋਟੀ ਜਿਹੀ ਚਿਪ ਲੱਗੀ ਹੁੰਦੀ ਹੈ। ਤਾਂ ਉਸ ਚਿਪ ਦੇ ਉੱਤੇ ਇਹ ਛੋਟਾ ਜਿਹਾ ਖੋਲ ਚੜਿਆ ਹੁੰਦਾ ਹੈ। ਉਹਨੂੰ ਤੁਸੀਂ ਆਪਣੇ ਕੰਪਿਊਟਰ ਦੇ ਜਿਹੜਾ CPU ਹੈ, ਉਹਦੀ ਜਿਹੜੀ USB ਪੋਰਟ ਹੈ, ਉਸ USB ਪੋਰਟ ਦੇ ਵਿੱਚ ਇਸ ਪੈਨ ਡਰਾਈਵ ਦੇ ਇਸ ਮੂੰਹ ਨੂੰ ਤੁਸੀਂ ਇਹਦੇ ਵਿੱਚ ਫਿੱਟ ਕਰਦੇ ਹੋ। ਤੁਸੀਂ ਸਾਰੇ ਜਾਣਦੇ ਹੋ। ਸੋ ਪੈਨ ਡਰਾਈਵ ਨੂੰ ਅਸੀਂ ਫਲੈਸ਼ ਡਰਾਈਵ ਜਾਂ USB ਡਰਾਈਵ ਵੀ ਕਹਿੰਦੇ ਆ। ਇਹ ਵੀ ਪਰਮਾਨੈਂਟ ਸਟੋਰੇਜ ਹੈ, ਪਰ ਇਹ ਰਿਮੂਵੇਬਲ ਹੈ। ਲੋੜ ਪੈਂਦੀ ਹੈ ਤਾਂ ਇਹਦੇ ਵਿੱਚ ਅਸੀਂ ਇਹਨੂੰ ਟੁੰਗ ਲੈਂਦੇ ਹਾਂ, ਪਾ ਲੈਂਦੇ ਹਾਂ ਇਹਦੇ ਵਿੱਚ। ਜੇ ਨਹੀਂ ਲੋੜ ਪੈਂਦੀ ਤਾਂ ਇਹਦੇ ਵਿੱਚੋਂ ਕੱਢ ਲੈਂਦੇ ਹਾਂ। ਇਸੇ ਤਰ੍ਹਾਂ ਸਾਡੇ ਕੋਲ ਮੈਮਰੀ ਕਾਰਡ ਹੁੰਦਾ ਹੈ। ਮੈਮਰੀ ਕਾਰਡ ਦੋ ਥਾਵਾਂ ਤੇ ਯੂਜ਼ ਹੁੰਦਾ ਹੈ। ਇੱਕ ਤਾਂ ਜਿਹੜਾ ਡਿਜੀਟਲ ਕੈਮਰਾ ਹੁੰਦਾ ਹੈ, ਜਾਂ ਸਾਡੇ ਸਮਾਰਟਫੋਨ ਦੇ ਵਿੱਚ SD ਕਾਰਡ ਦੇ ਰੂਪ ਦੇ ਵਿੱਚ ਯੂਜ਼ ਹੁੰਦਾ ਹੈ। ਇਸ ਤਰ੍ਹਾਂ ਦਾ ਇਹ ਮੈਮਰੀ ਕਾਰਡ ਹੁੰਦਾ, ਇੱਕ ਸਾਈਡ ਤੋਂ ਥੋੜਾ ਜਿਹਾ ਕੱਟ ਲੱਗਿਆ ਹੁੰਦਾ। ਸੋ ਮੈਮਰੀ ਕਾਰਡ ਨੂੰ ਜੇ ਤੁਸੀਂ ਆਪਣੇ ਕੰਪਿਊਟਰ ਦੇ ਵਿੱਚ ਜਾਂ ਆਪਣੇ ਲੈਪਟਾਪ ਦੇ ਵਿੱਚ ਚਲਾਉਣਾ ਹੈ, ਤਾਂ ਤੁਹਾਡੇ ਕੋਲ ਮੈਮਰੀ ਕਾਰਡ ਰੀਡਰ ਹੋਣਾ ਚਾਹੀਦਾ ਹੈ। ਮੈਮਰੀ ਕਾਰਡ ਰੀਡਰ ਇੱਕ ਛੋਟੀ ਜਿਹੀ ਡੱਬੀ ਹੁੰਦੀ ਹੈ, ਜਿਹਦੇ ਵਿੱਚ ਇਹ ਮੈਮਰੀ ਕਾਰਡ ਇਹਦੇ ਵਿੱਚ ਫਿਕਸ ਹੋ ਜਾਂਦਾ ਹੈ। ਤੇ ਇਸ ਡੱਬੀ ਨੂੰ ਇੱਕ ਤਾਰ ਦੇ ਰਾਹੀਂ ਅਸੀਂ ਜਿੱਥੇ ਪੈਨ ਡਰਾਈਵ ਲਗਾਉਂਦੇ ਸੀ, ਉਸ ਥਾਂ ਦੇ ਉੱਤੇ ਜਿਹੜੀ USB ਡਰਾਈਵ ਦੇ ਵਿੱਚ ਅਸੀਂ ਲਗਾ ਦਿੰਦੇ ਹਾਂ। ਸੋ ਇਸੇ ਤਰ੍ਹਾਂ ਅਗਲੀ ਸਾਡੇ ਕੋਲ ਡਰਾਈਵ ਫਲੋਪੀ ਡਿਸਕ, ਜਿਹੜੀ ਕਿ ਅੱਜ ਕੱਲ੍ਹ ਅਲੋਪ ਹੋ ਗਈ ਹੈ। ਇਹ ਫਲੋਪੀ ਡਿਸਕ ਬਹੁਤ ਪੁਰਾਣੇ ਸਮੇਂ ਹੁੰਦੀ ਸੀਗੀ, ਅੱਜ ਕੱਲ੍ਹ ਇਹਦੀ ਵਰਤੋਂ ਨਹੀਂ ਕੀਤੀ ਜਾਂਦੀ। ਸੋ CD ਸਾਡੇ ਕੋਲ ਆਈ ਹੈ, DVD ਆਈ ਹੈ। CD ਦਾ ਪੂਰਾ ਨਾਮ ਕੰਪੈਕਟ ਡਿਸਕ ਹੈ, ਔਰ DVD ਦਾ ਹੈ ਡਿਜੀਟਲ ਵਰਸੇਟਾਈਲ ਡਿਸਕ। ਇਹਨਾਂ ਦੋਨਾਂ ਦੀ ਵਰਤੋਂ ਬਹੁਤ ਵੱਡੇ ਪੱਧਰ ਤੇ ਹੁੰਦੀ ਰਹੀ, ਪਰ ਜਦੋਂ ਦੀ ਪੈਨ ਡਰਾਈਵ ਤੇ ਸਾਡੇ ਕੋਲ ਮੈਮਰੀ ਕਾਰਡ ਆਇਆ ਹੈ, ਉਦੋਂ ਦੀ ਇਹਨਾਂ ਨੂੰ ਵੀ ਵਰਤੋਂ ਘਟਾ ਦਿੱਤੀ ਹੈ। ਕਿਉਂਕਿ CD ਜਾਂ ਜਿਹੜੀ DVD ਹੈ, ਉਹਦੀ ਵੀ ਇੱਕ ਏਜ ਹੁੰਦੀ ਹੈ। 5-6 ਸਾਲਾਂ ਬਾਅਦ ਇਹਦੇ ਉਤਲੀ ਜਿਹੜੀ ਪਰਤ ਹੈ, ਉਹਦੇ ਉੱਤੇ ਝਰੀਟਾਂ ਪੈ ਜਾਂਦੀਆਂ ਨੇ, ਸਕ੍ਰੈਚ ਪੈ ਜਾਂਦੇ ਨੇ, ਖਰਾਬ ਹੋਣ ਲੱਗ ਜਾਂਦੀ ਹੈ। ਸੋ ਮੈਮਰੀ ਦੇ ਵਿੱਚ ਸਾਡੇ ਕੋਲ ਅਗਲੀ ਜਿਹੜੀ ਮੇਨ ਚੀਜ਼ ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਆਈ ਹੈ, ਉਹਨੂੰ ਅਸੀਂ ਕਹਿੰਦੇ ਹਾਂ SSD, ਸੋਲਿਡ ਸਟੇਟ ਡਿਵਾਈਸ। ਯਾਨੀ ਕਿ ਇਹ ਤੁਹਾਡੀ ਇਸ ਹਾਰਡ ਡਿਸਕ ਦਾ ਬਦਲ ਹੈ। ਹਾਰਡ ਡਿਸਕ ਕਿਉਂਕਿ ਮਕੈਨੀਕਲ ਪਾਰਟ ਹੈ। ਯਾਦ ਰੱਖੋ, ਜਦੋਂ ਵੀ ਕੰਪਿਊਟਰ ਕੋਈ ਕਿਸੇ ਝਟਕੇ ਨਾਲ ਤੁਹਾਡੇ ਕੋਲ ਡਿੱਗ ਪਵੇ, ਲੈਪਟਾਪ ਡਿੱਗ ਪੈਂਦਾ, ਤੇ ਸਭ ਤੋਂ ਪਹਿਲਾਂ ਜਿਹੜੀ ਚੀਜ਼ ਕੰਪਿਊਟਰ ਦੀ ਖਰਾਬ ਹੁੰਦੀ ਹੈ, ਉਹ ਹੁੰਦੀ ਹੈ ਹਾਰਡ ਡਿਸਕ। ਕਿਉਂਕਿ ਇਹਦੇ ਸਾਰਾ ਮਕੈਨੀਕਲ ਸਿਸਟਮ ਹੈ। ਬਹੁਤ ਸਾਰੇ ਇਹਦੇ ਵਿੱਚ ਗੋਲ ਜਿਹੜੇ ਨੇ ਤਵੇ ਲੱਗੇ ਹੁੰਦੇ ਨੇ, ਪਲੇਟਰ ਲੱਗੇ ਹੁੰਦੇ ਨੇ, ਔਰ ਇਹਨਾਂ ਪਲੇਟਰਸ ਦੇ ਅਗਾਂਹ ਟਰੈਕ ਬਣੇ ਹੁੰਦੇ ਨੇ। ਟਰੈਕ ਨੂੰ ਅਗਾਂਹ ਸੈਕਟਰ ਵਿੱਚ ਵੰਡਿਆ ਹੁੰਦਾ ਹੈ। ਇੱਥੇ ਜਾ ਕੇ ਤੁਹਾਡਾ ਜਿਹੜਾ ਡਾਟਾ ਹੈ ਉਹ ਸਟੋਰ ਹੁੰਦਾ ਹੈ।
ਸੋ ਇੱਕ ਵੀ ਟਰੈਕ ਸੈਕਟਰ ਕਿਤੇ ਮਾੜਾ ਮੋਟਾ ਹਿਲ ਗਿਆ ਤਾਂ ਬੈਡ ਸੈਕਟਰ ਆ ਜਾਂਦਾ ਹੈ ਹਾਰਡ ਡਿਸਕ ਦੇ ਵਿੱਚ। ਸੋ ਹਾਰਡ ਡਿਸਕ ਦੀ ਜਿਹੜੀ ਕਪੈਸਿਟੀ ਤਾਂ ਬਹੁਤ ਹੈ, ਪਰ ਖਰਾਬ ਛੇਤੀ ਹੋ ਜਾਂਦੀ ਹੈ ਤੇ ਇਹਦੀ ਸਪੀਡ ਬਹੁਤ ਘੱਟ ਹੈ। ਸੋ ਉਸ ਕਰਕੇ SSD ਸੋਲਿਡ ਸਟੇਟ ਡਿਵਾਈਸ ਬਣੀ। ਔਰ ਯਾਦ ਰੱਖੋ, SSD ਵੀ ਇੱਕ ਬਕਸੇ ਦੇ ਵਿੱਚ, ਛੋਟੇ ਜਿਹੇ ਬਕਸੇ ਦੇ ਰੂਪ ਦੇ ਵਿੱਚ ਆਉਂਦੀ ਹੈ। ਔਰ ਇਹ ਇੱਕ ਤਰ੍ਹਾਂ ਦੀ ਜਿਹੜੀ ਪੈਨ ਡਰਾਈਵ ਵਾਲੀ ਜਿਹੜੀ ਟੈਕਨੋਲੋਜੀ ਹੈ ਨਾ, ਉਸੇ ਦਾ ਹੀ ਬਦਲ ਹੈ। ਤੋ ਇਹ ਸਮਝ ਲਓ ਕਿ ਇੱਕ ਵੱਡੀ ਪੈਨ ਡਰਾਈਵ ਹੈ SSD, ਜਿਹੜੀ ਕਿ ਖਰਾਬ ਨਹੀਂ ਹੁੰਦੀ ਔਰ ਫਟਾਫਟ ਕੰਪਿਊਟਰ ਨੂੰ ਚਲਾ ਦਿੰਦੀ ਹੈ। ਇੱਕ ਮਿਸਾਲ ਤੁਸੀਂ ਲੈ ਸਕਦੇ ਹੋ ਕਿ ਜਦੋਂ ਕੰਪਿਊਟਰ ਨੂੰ ਚਾਲੂ ਕਰਨਾ ਹੋਵੇ, ਉਹਦੇ ਜੇ ਹਾਰਡ ਡਿਸਕ ਲੱਗੀ ਹੋਈ ਹੈ ਤਾਂ ਕੰਪਿਊਟਰ ਨੂੰ ਚੱਲਣ ਤੇ 40-45 ਸਕਿੰਟ ਦਾ ਸਮਾਂ ਲੱਗ ਜਾਂਦਾ ਹੈ। ਜੇ SSD ਵਾਲਾ ਕੰਪਿਊਟਰ ਹੋਵੇ ਤੇ 4-5 ਸਕਿੰਟ ਦੇ ਵਿੱਚ ਤੁਹਾਡਾ ਕੰਪਿਊਟਰ ਬੂਟ ਹੋ ਜਾਂਦਾ ਹੈ, ਚੱਲ ਜਾਂਦਾ ਹੈ। ਬੂਟ ਹੋਣ ਦਾ ਮਤਲਬ ਹੈ ਕੰਪਿਊਟਰ ਚਾਲੂ ਹੋਣਾ। ਜਦੋਂ ਬਟਨ ਦੱਬਣ ਤੋਂ ਬਾਅਦ ਪਹਿਲੀ ਸਕਰੀਨ ਤੁਹਾਡੇ ਕੰਪਿਊਟਰ ਦੀ ਆਉਂਦੀ ਹੈ, ਡੈਸਕਟਾਪ ਆਉਂਦੀ ਹੈ, ਉਹ ਸਾਰੇ ਕੰਮ ਨੂੰ ਅਸੀਂ ਕਹਿੰਦੇ ਹਾਂ ਬੂਟਿੰਗ। ਤੋਂ ਬੂਟ ਕਰਨ ਦਾ ਕੰਮ ਜਿਹੜਾ ਹੈ ਉਹ SSD ਤੋਂ ਕਰਵਾਉਂਦੇ ਆ ਤਾਂ ਬਹੁਤ ਫਾਸਟ ਹੁੰਦਾ ਹੈ। ਸੋ ਇਸ ਤਰ੍ਹਾਂ ਇਹ ਸੀਗੀਆਂ ਸਾਰੀਆਂ ਸਾਡੇ ਕੋਲੇ ਸਟੋਰੇਜ ਡਿਵਾਈਸਿਸ।